स्टूडेंट्स गुड ईवनिंग टू ऑल। ਅੱਜ ਆਪਾਂ ਕੱਲ ਵਾਲੇ ਟੌਪਿਕ ਤੋਂ ਅੱਗੇ ਸ਼ੁਰੂ ਕਰਾਂਗੇ। ਸਾਡੇ ਕੋਲ ਦੋ ਪਾਰਟਨਰਸ ਨੇ, ਮਿਸਟਰ ਏ ਐਂਡ ਬੀ। ਏ ਐਂਡ ਬੀ ਨੇ ਔਰ ਉਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੈ 2:1 ਐਂਡ ਉਹਨਾਂ ਦੀ ਕੈਪੀਟਲ ਹੈ, ਮੈਂ ਸ਼ੋਰਟ 'ਚ ਲਿਖ ਰਿਹਾ ਸਟੇਟਮੈਂਟ ਨੂੰ। ਉਹਨਾਂ ਦੀ ਕੈਪੀਟਲ ਹੈ ਸਟੂਡੈਂਟਸ 10 ਲੱਖ ਤੇ 5 ਲੱਖ ਰੁਪਇਆ। ਧਿਆਨ ਨਾਲ ਸਮਝਣਾ ਅੱਜ ਵਾਲੇ ਕੁਐਸਚਨ ਨੂੰ, ਜਿਹੜੇ ਬੱਚੇ ਨੂੰ ਅੱਜ ਵਾਲਾ ਕੁਐਸਚਨ ਆ ਗਿਆ ਸਮਝ ਲਓ ਉਹਨਾਂ ਨੂੰ ਇਹ ਵਾਲਾ ਕਮਿਸ਼ਨ ਵਾਲਾ ਟੌਪਿਕ ਬੜੀ ਕਲੀਅਰਲੀ ਆ ਜਾਏਗਾ। ਬਹੁਤ ਵਧੀਆ ਟੌਪਿਕ ਹੈ। ਇਹਦਾ ਕੁਐਸਚਨ ਅਕਸਰ ਹੀ 2 ਮਾਰਕਸ ਦਾ ਐਗਜ਼ਾਮ ਵਿੱਚ ਹਰੇਕ ਵਾਰ ਆਉਂਦਾ ਹੈ ਔਰ ਬੱਚਿਆਂ ਨੂੰ ਸਮਝ ਨਹੀਂ ਆਉਂਦੀ, ਉਹ ਕੁਐਸਚਨ ਛੋੜ ਕੇ ਆ ਜਾਂਦੇ ਨੇ। ਬੜਾ ਆਸਾਨ ਹੈ, ਧਿਆਨ ਨਾਲ ਸਮਝਣਾ ਹੈ। ਅਸੀਂ ਆਰਾਮ ਨਾਲ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ। ਹਰੇਕ ਪਾਰਟਨਰ ਨੂੰ ਇੰਟਰਸਟ ਔਨ ਕੈਪੀਟਲ ਮਿਲਣਾ ਹੈ 8%। ਇੰਟਰਸਟ ਔਨ ਕੈਪੀਟਲ ਇਜ਼ 8%। ਇਸ ਤੋਂ ਬਾਅਦ ਜਿਹੜੀ ਟੈਕਨੀਕਲ ਗੱਲ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੀ। ਬੀ ਨੂੰ ਸੈਲਰੀ ਮਿਲਣੀ ਹੈ 3500 रुपया। बी सैलरी 3500 PM। PM मीन्स होता है पर मंथ। इस 3500 रुपया महीने का मिलना है। नाल की मिलना है टुगैदर विद कमीशन, इनू कमीशन मिलना है जी। ध्यान नाल समझो, ये गल टैक्नीकल है जी मैं अगे लिखण जा रहा। कमीशन 10% ऑन नेट प्रॉफिट, ऑन नेट प्रॉफिट remaining after deducting interest on capital, and salary and after charging his commission। इस लाइन का मीनिंग की है समझण की कोशिश करो कि बी नू जिहड़ी सैलरी है वो 3500 रुपया पर मंथ बननी है, तो बी नू जिहड़ा कमीशन है वो 10% मिलना है नैट प्रॉफिट दे। नैट प्रॉफिट दे कितना मिलना है 10%। बट नाल की लिखा है रिमेनिंग आफ्टर डिडक्टिंग इंटरस्ट ऑन कैपिटल एंड सैलरी, यानी कि पूंजी ते ਵਿਆਜ ਅਤੇ ਸੈਲਰੀ ਤਨਖਾਹ ਕੱਟਣ ਤੋਂ ਬਾਅਦ ਆਫਟਰ ਚਾਰਜਿੰਗ ਹਿਜ਼ ਕਮਿਸ਼ਨ, ਕੱਟਣ ਤੋਂ ਬਾਅਦ ਉਸ ਨੂੰ 10% ਮਿਲਣਾ ਹੈ ਆਫਟਰ ਕਮਿਸ਼ਨ। ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਇਹਨੂੰ ਦੁਬਾਰਾ ਸਮਝਾਉਂਦਾ। ਇੱਕ ਵਾਰ ਪੰਜਾਬੀ 'ਚ ਲਿਖਤਾ, ਤੁਹਾਨੂੰ ਥੋੜਾ ਸਮਝ ਆ ਗਿਆ ਹੋਣਾ ਹੈ। ਇਸ ਤੋਂ ਬਾਅਦ ਕੀ ਹੈ ਜੀ, ਸਾਡੇ ਕੋਲ ਅੱਗੇ ਕਹਿੰਦਾ ਹੈ ਸਾਨੂੰ ਕਿ ਸਾਡੇ ਕੋਲ ਉਸ ਦਾ ਜਿਹੜਾ ਪ੍ਰੋਫਿਟ ਹੈ ਉਹ ਕੀ ਹੈ। कैलकुलेशन ऑफ इंटरस्ट ऑन कैपिटल बट आफ्टर चार्जिंग बीज सैलरी। हाँ जी, ये आप लिखते हैं जी। इस बाद नैक्सट लिखांगे दी प्रॉफिट फॉर द ईयर, द प्रॉफिट फॉर द ईयर। ध्यान नाल समझना है इसनू। प्रॉफिट फॉर द ईयर prior to calculation of interest on capital, but after charging, एक कल वाला क्वेश्चन आ गया दोबारा उनका पार्ट। आफ्टर चार्जिंग सैलरी, स्टेटमेंट नू वेख के घबराना नहीं, बड़ी आसान है। ऑफ बी
अमाउंटिंग रुपीज़ अमाउंटेड रुपीज़ 4,50,000। ठीक है जी। तो असी बनाना की है प्रॉफिट एंड लॉस एप्रोप्रिएशन अकाउंट। प्रिपेयर प्रॉफिट एंड लॉस एप्रोप्रिएशन। ਜਿਹੜਾ ਸਟੂਡੈਂਟਸ ਅਸੀਂ ਕੱਲ ਕੁਐਸਚਨ ਕੀਤਾ ਸੀ ਉਹ ਵਾਲੇ ਕੁਐਸਚਨ ਦਾ ਸਬ ਪਾਰਟ ਤੇ ਥੋੜਾ ਜਿਹਾ ਹੋਰ ਜ਼ਿਆਦਾ ਸਾਡੇ ਕੋਲ ਆ ਗਿਆ ਹੈ ਕੁਐਸਚਨ ਦੇ ਵਿੱਚ। ਧਿਆਨ ਨਾਲ ਸਮਝੋ, ਮੈਂ ਤੁਹਾਨੂੰ ਆਰਾਮ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਪਹਿਲਾਂ ਆਪਾਂ ਫਾਰਮੈਟ ਬਣਾਉਂਦੇ ਹਾਂ ਜੀ। ਫਾਰਮੈਟ ਬਣਾਉਣ ਤੋਂ ਬਾਅਦ ਆਪਾਂ ਸਾਈਡ ਤੇ ਕੈਲਕੂਲੇਸ਼ਨ ਕਰਿਆ ਕਰਾਂਗੇ ਤਾਂ ਕਿ ਤੁਹਾਨੂੰ ਜਲਦੀ ਕਨਸੈਪਟ ਕਲੀਅਰ ਹੋ ਜਾਏ। ਅਸੀਂ ਬਣਾਉਣਾ ਹੈ ਜੀ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਉੱਤੇ ਲਿਖਾਂਗੇ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਫਾਰ ਦਾ ਈਅਰ ਐਂਡਿੰਗ ਸੇ 31 ਮਾਰਚ 2020। ਇੱਥੇ ਕ੍ਰੈਡਿਟ, ਇੱਥੇ ਡੈਬਿਟ। ਸਾਰਾ ਤੋਂ ਪਹਿਲਾਂ ਲਿਖਾਂਗੇ ਬਾਈ ਨੈਟ ਪ੍ਰੋਫਿਟ। ਹੁਣ ਨੈਟ ਪ੍ਰੋਫਿਟ ਉਹਨੇ ਕਿੰਨਾ ਦਿੱਤਾ ਹੈ ਜੀ 4,50,000। ਅਸੀਂ ਇੱਥੇ ਇਨਰ ਕਾਲਮ 'ਚ ਲਿਖਾਂਗੇ 4,50,000। ਅਸੀਂ ਇੱਥੇ ਰੁਪੀਜ਼ ਪਾਉਣਾ ਹੈ, ਇੱਥੇ ਪਾਰਟੀਕੂਲਰਸ। ਜੇਕਰ ਅੱਜ ਵਾਲਾ ਕੁਐਸਚਨ ਸਮਝ ਆ ਗਿਆ ਤਾਂ ਸਮਝ ਲਓ ਕਮਿਸ਼ਨ ਦੀ ਕੈਲਕੂਲੇਸ਼ਨ ਸਾਨੂੰ ਕਰਨੀ ਆ ਗਈ। ਕਮਿਸ਼ਨ ਦਾ ਟੌਪਿਕ ਅਕਸਰ ਹੀ 2 ਮਾਰਕਸ ਦਾ ਬੜਾ ਛੋਟਾ ਜਿਹਾ ਟੌਪਿਕ ਹੁੰਦਾ ਹੈ ਔਰ ਸਾਨੂੰ ਐਗਜ਼ਾਮ ਵਿੱਚ ਆ ਜਾਂਦਾ ਹੈ। ਕਹਿੰਦਾ ਹੈ ਕਿ ਜਿਹੜਾ ਉਹਦਾ ਪ੍ਰੋਫਿਟ ਦਿੱਤਾ ਹੋਇਆ ਹੈ ਪ੍ਰਿਓਰ ਟੂ ਕੈਲਕੂਲੇਸ਼ਨ ਆਫ ਇੰਟਰਸਟ ਔਨ ਕੈਪੀਟਲ, ਯਾਨੀ ਕਿ ਜਿਹੜੇ ਪਾਰਟਨਰ ਨੇ ਉਹਨਾਂ ਨੂੰ ਵਿਆਜ, ਪੂੰਜੀ 'ਤੇ ਵਿਆਜ ਦੇਣ ਤੋਂ ਪਹਿਲਾਂ ਬਟ ਆਫਟਰ ਚਾਰਜਿੰਗ ਸੈਲਰੀ ਟੂ ਬੀ ਦੀ ਸੈਲਰੀ ਦੇਣ ਤੋਂ ਬਾਅਦ 4,50,000 ਏ। ਪਿਆਰੇ ਵਿਦਿਆਰਥੀਓ ਯਾਦ ਰੱਖਣਾ, ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦੇ ਵਿੱਚ ਅਸੀਂ ਸਿਰਫ ਔਰ ਸਿਰਫ ਬਣਾ ਦੇ ਤਾਂ ਕਿ ਅਸੀਂ ਪਾਰਟਨਰ ਨੂੰ ਪੈਸੇ ਵੰਡਣੇ ਹੁੰਦੇ ਨੇ। ਯਾਨੀ ਕਿ ਜਿੰਨਾ ਸਾਨੂੰ ਸਾਲ ਦੌਰਾਨ ਪ੍ਰੋਫਿਟ ਹੋਇਆ ਹੈ ਉਹ ਪ੍ਰੋਫਿਟ ਪਾਰਟਨਰ ਦੇ ਵਿੱਚ ਵੰਡਣ ਦੇ ਲਈ ਅਸੀਂ ਇੱਕ ਅਕਾਊਂਟ ਬਣਾਉਂਦੇ ਹਾਂ। ਦੈਟ ਅਕਾਊਂਟ ਇਜ਼ ਕਾਲਡ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਬੇਟਾ ਜੀ ਉਸ ਅਕਾਊਂਟ ਵਿੱਚ ਜਿਹੜਾ ਅਸੀਂ ਨੈਟ ਪ੍ਰੋਫਿਟ ਲੈਣਾ ਹੁੰਦਾ ਹੈ ਉਹ ਕਿਸੇ ਪਾਰਟਨਰ ਨੂੰ ਬਿਨਾਂ ਕੋਈ ਪੈਸਾ ਦੇ ਉਹ ਵਾਲਾ ਪ੍ਰੋਫਿਟ ਲੈਣਾ ਹੁੰਦਾ ਹੈ। ਲੇਕਿਨ ਇਸ ਸਟੇਟਮੈਂਟ ਦੇ ਵਿੱਚ ਉਹਨੇ ਕਿਹਾ ਕਿ ਆਫਟਰ ਚਾਰਜਿੰਗ ਸੈਲਰੀ ਟੂ ਬੀ, ਕਹਿੰਦਾ ਬੀ ਨੂੰ ਤਨਖਾਹ ਦੇਣ ਤੋਂ ਬਾਅਦ 4,50,000 ਦਿੱਤਾ ਹੋਇਆ ਹੈ। ਲੇਕਿਨ ਅਸੀਂ ਇੱਥੇ ਜਿਹੜਾ ਪ੍ਰੋਫਿਟ ਹੈ ਕਿਸੇ ਪਾਰਟਨਰ ਨੂੰ ਕੋਈ ਪੈਸਾ ਦੇਣ ਤੋਂ ਪਹਿਲਾਂ ਲੈਣਾ ਹੁੰਦਾ ਹੈ। ਅਤੇ ਇਹਨੂੰ ਪਹਿਲਾਂ ਕਰਨ ਲਈ ਕੀ ਕਰਾਂਗੇ, ਪਾਰਟਨਰ ਨੂੰ ਸੈਲਰੀ ਕਿੰਨੀ ਦਿੱਤੀ ਜਾਣੀ ਹੈ 3,500 ਪਰ ਮੰਥ, ਅਤੇ 12 ਨਾਲ ਮਲਟੀਪਲਾਈ ਕਰ ਦਾਂਗੇ ਤਾਂ ਸਾਡੇ ਕੋਲ ਕਿੰਨਾ ਆ ਜਾਏਗਾ 42,000 42,000 ਆ ਜਾਏਗਾ। ਤਾਂ ਅਸੀਂ ਕੀ ਕਰਾਂਗੇ 4,50,000 ਪਲੱਸ 42,000। ਇੱਥੇ ਸਾਨੂੰ ਪ੍ਰੋਫਿਟ ਬਿਫੋਰ ਦਿੱਤਾ ਹੈ ਲੇਕਿਨ ਅਸੀਂ ਇਹ ਪ੍ਰੋਫਿਟ ਕੀ ਕਰਾਂਗੇ ਬੀਜ਼ ਸੈਲਰੀ, ਆਪਾਂ ਇਹਨੂੰ ਅੱਗੇ ਵਰਡ ਬਿਫੋਰ ਪਾਉਂਦੇ ਹਾਂ ਤਾਂ ਕਿ ਤੁਹਾਨੂੰ ਜਲਦੀ ਸਮਝ ਲੱਗ ਜੇ। ਆਪਾਂ ਇੱਥੇ ਲਿਖਦੇ ਹਾਂ ਜੀ ਬਿਫੋਰ, ਤਾਂ ਇੱਥੇ ਲਿਖਾਂਗੇ ਬਿਫੋਰ ਬੀਜ਼ ਸੈਲਰੀ। ਅਸੀਂ ਬੇਟਾ ਜੀ ਫਿਰ ਗੱਲ ਸੁਣੋ, ਅਸੀਂ ਹਰੇਕ ਪਾਰਟਨਰ ਦੀ ਸੈਲਰੀ ਤੋਂ ਪਹਿਲਾਂ, ਇੰਟਰਸਟ ਔਨ ਕੈਪੀਟਲ ਤੋਂ ਪਹਿਲਾਂ, ਕਮਿਸ਼ਨ ਤੋਂ ਪਹਿਲਾਂ ਪ੍ਰੋਫਿਟ ਲੈਣਾ ਹੁੰਦਾ ਹੈ। ਅਤੇ ਜੇ ਕੋਈ ਚੀਜ਼ ਉਹਨੂੰ ਪਹਿਲਾਂ ਹੀ ਵੰਡ ਦਈਏ ਤਾਂ ਉਹਨੂੰ ਵਾਪਸ ਲਿਆ ਕੇ ਜੋੜ ਦੇਈਦਾ। ਇਹ ਕੱਲ੍ਹ ਵੀ ਮੈਂ ਕਰਵਾਇਆ ਸੀ ਪਰ ਸਟੂਡੈਂਟਸ ਨੇ ਬੈਕ ਮੈਸੇਜ ਕਰਕੇ ਪੁੱਛਿਆ ਜੀ ਸਾਨੂੰ ਇਹ ਵਾਲੀ ਗੱਲ ਸਮਝ ਨਹੀਂ ਆਈ, ਇਸ ਵਾਸਤੇ ਇਹ ਪਾਰਟ ਮੈਂ ਅੱਜ ਦੁਬਾਰਾ ਦੱਸ ਰਿਹਾ ਹਾਂ ਕਿ ਜਦੋਂ ਵੀ ਅਸੀਂ ਪਾਰਟਨਰ ਦੇ ਵਿੱਚ ਪੈਸੇ ਵੰਡਣੇ ਨੇ ਤਾਂ ਉਹ ਪਾਰਟਨਰ ਨੂੰ ਬਿਨਾਂ ਕੋਈ ਪੈਸੇ ਦਿੱਤੇ ਹੀ ਉਹ ਪੈਸੇ ਵੰਡੇ ਜਾਂਦੇ ਨੇ। ਇਸ ਗੱਲ ਦਾ ਧਿਆਨ ਰੱਖਣਾ ਹੈ। ਅਸੀਂ ਪੈਸੇ ਵੰਡਣ ਤੋਂ ਪਹਿਲਾਂ ਹੀ ਪਾਰਟਨਰ ਨੂੰ 42,000 ਸੈਲਰੀ ਦੇ ਚੁੱਕੇ ਹਾਂ ਜੋ ਕਿ ਕਾਊਂਟਿੰਗ ਸਟੈਂਡਰਡ ਦੇ ਰੋਂਗ ਹੈ। ਇਸ ਵਾਸਤੇ 42,000 ਨੂੰ ਅਸੀਂ ਐਡ ਬੈਕ ਕਰ ਦਾਂਗੇ ਤਾਂ ਸਾਡੇ ਕੋਲ ਨੈਟ ਪ੍ਰੋਫਿਟ ਆ ਜਾਏਗਾ 4,92,000 ਰਾਈਟ ਨਾਓ। ਇਸ ਤੋਂ ਬਾਅਦ ਹੁਣ ਦੇਵਾਂਗੇ ਟੂ ਬੀਜ਼ ਸੈਲਰੀ, ਯਾਨੀ ਕਿ ਬੀ ਦੀ ਜਿਹੜੀ ਸੈਲਰੀ ਦਿੱਤੀ ਜਾਣੀ ਹੈ ਉਹ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ 'ਚ ਦੇਵਾਂਗੇ, ਬਾਹਰੋਂ ਬਾਹਰ ਨਹੀਂ ਦੇਵਾਂਗੇ। ਇਹਨੇ ਬਾਹਰੋਂ ਬਾਹਰ ਦੇ ਦਿੱਤੀ ਦੈਟ ਇਜ਼ ਰੋਂਗ। ਜੇ ਬਾਹਰੋਂ ਬਾਹਰ ਦੇ ਤਾਂ ਉਹਨੂੰ ਐਡ ਬੈਕ ਕਰ ਦੇਣਾ ਹੁੰਦਾ ਹੈ।
तो दोबारा उन्होंने सैलरी फिर दे देंगे असी 42,000 बस इन्नी गल। यानी कि कुल मिला के इनू प्रॉफिट एंड लॉस एप्रोप्रिएशन अकाउंट में लिया सी, जिहड़ा कि उसने नहीं लिया तो असी हुण लै आवांगे। तो 2 इंटरस्ट ऑन कैपिटल। स्टूडेंट्स इंटरस्ट ऑन कैपिटल जो देना है तो कैपिटल किंदी किंदी है जी, ए दी ते बी दी। हुण कैपिटल किन्नी है साडे कोल 10 लाख रुपया ते 5 लाख रुपया। 10 लाख ते असी किन्ना देना है जी 8%। 8% देंगे तो ए दा किन्ना हो जाएगा स्टूडेंट्स 80,000, 80,000। एवं 8% 5 लाख ते देंगे तो किन्ना हो जाएगा जी 40,000। तो आउटर कॉलम में किन्ना लिख देंगे 20,000। ये तो तुहानू आंदा है, कोई प्रॉब्लम नहीं। एक नवी चीज़ दिती जिस नूं असी ध्यान नाल समझण दी कोशिश करांगे तां कि सानू किसी तरह का कोई डाउट ना रहे। डियर स्टूडेंट्स, इस नूं नोटबुक निकाल के बैठो, उनके उपर करन दी कोशिश करो जी। एक बच्चा पूछ रहा कि 4200 कित्थों आ गया। बेटा जी उस नूं 3500 रुपया पर महीना सैलरी मिल रही है। देखो बीज सैलरी 3500 जी, उन्होंने 3500 रुपया पर मंथ मिल रही है तो साल की किन्नी बन जाएगी, 12 नाल मल्टीप्लाई कर देंगे तो वह बन जाएगी 42,000। तो उसकी सैलरी किन्नी बन गई 42,000। एक महीने का 3500 है तो 12 महीनों का किन्ना बन जाएगा स्टूडेंट्स 42,000। हुण असी कमीशन देना है जी, किस नूं, बी नूं कमीशन देना है। बड़ी इंपोर्टेंट गल है, समझण दी कोशिश करनी है कि बी नूं कमीशन किवें दिता जाना है। स्टूडेंट्स सो बी नूं कमीशन देने का तरीका की दसदा है, कहंदा कमीशन 10% ऑन नैट प्रॉफिट रिमेनिंग आफ्टर डिडक्टिंग इंटरस्ट ऑन कैपिटल एंड सैलरी। कहंदा जिहड़ा तुहाडे कोल 4,92,000 रुपया है ना, 4,92,000, इहदे विचों एक तां कैपिटल माइनस कर दिओ, जिहड़ी तुसीं उहनूं व्याज दिता है कैपिटल ते, वो व्याज वापस करो। कहंदा किन्ना रह गया 3,72,000। एक कहंदा जिहड़ी तुसीं बी नूं सैलरी दित्ती है 42,000 दी, वो कहंदा सैलरी वापस करो। 42,000 की सैलरी वापस करन तो बाद साडे कोल बाकी पैसे बच गए 3,30,000 रुपया। लाइन नूं दोबारा पढ़ो की लिखा है, आफ्टर डिडक्टिंग इंटरस्ट ऑन कैपिटल एंड सैलरी एंड आफ्टर चार्जिंग हिज कमीशन। कहंदा उस तो बाद आफ्टर चार्जिंग लाई लगाओ 10%। तो जो आफ्टर चार्जिंग लगाना होंदा है तो तुहानूं पता है असीं की करांगे हुण 3,30,000 इंटू कमीशन किन्ना है 10% बाई 110। जिन्ने परसेंट होए उपर भी हम नीचे जोड़ देना होंदा है। जे उत्ते 20 होंदा तो उपर 20 बाई 120 लिख देना सी। हुण असीं इस नूं कट करांगे कि जी 0 नाल 0 जाएगी, 11 नूं 3 नाल करांगे तो साडे कोल कमीशन किन्ना आ जाएगा 30,000। अजे भी स्टूडेंट्स पूछ रहे ने कि 30,000 किवें आया, समझ नहीं आई, सानू दोबारा दस्या जाए। तो प्यारे विद्यार्थियों इस नूं दोबारा समझण दी कोशिश करो। वो कहंदा है कि रिमेनिंग आफ्टर डिडक्टिंग इंटरस्ट ऑन कैपिटल एंड सैलरी। कहंदा है कि जिहड़ा तुसी बी नूं कमीशन देना है ना, वो कमीशन किवें देना है। कहंदा सारे प्रॉफिट विचों, सारा प्रॉफिट कितना है स्टूडेंट साडे कोल, ध्यान दिओ, सारा प्रॉफिट है 4,92,000। कहंदा 4,92,000 विचों एक तां इंटरस्ट ऑन कैपिटल दोवां दा 1,20,000 माइनस करो, असी कर लिया, बाकी रह गया 3,72,000। नाल कहंदा जिहड़ी बी नूं सैलरी दित्ती है 42,000, वो भी माइनस करो, बाकी रह गया 3,30,000। तो कहंदे 3,30,000 ते आफ्टर वाला फार्मूला लगाओ, आफ्टर चार्जिंग हिज कमीशन। असी कल वाले टॉपिक कीता सी कि जदों आफ्टर चार्जिंग हिज कमीशन आंदा है प्यारे विद्यार्थियों, तो उदों जिन्ना रेट दिता होवे, रेट दिता होया 10%, तो असी की करना हुंदा है, असी की लिखांगे 3,30,000 इंटू 10
अपॉन 110। जे 20 ਹੁੰਦਾ ਤਾਂ 20/120 ਲਿਖ ਦੇਣਾ ਸੀ। ਜੇ 5 ਹੁੰਦਾ ਤਾਂ 5/105 ਲਿਖ ਦੇਣਾ ਸੀ। ਤੇ ਇਹ ਕੱਟਣ ਤੋਂ ਬਾਅਦ ਕੈਲਕੂਲੇਸ਼ਨ ਕਰਨ ਤੋਂ ਬਾਅਦ ਸਾਡੇ ਕੋਲ ਆ ਗਿਆ 30,000। ਤਾਂ ਹੁਣ ਅਸੀਂ ਇਸ ਤੋਂ ਬਾਅਦ ਕੀ ਕਰਾਂਗੇ, ਅਸੀਂ ਇਸ ਨੂੰ ਕਲੋਜ਼ ਕਰਾਂਗੇ ਜੀ। ਕਲੋਜ਼ ਕਿਵੇਂ ਕਰਾਂਗੇ ਉਹ ਤੁਹਾਨੂੰ ਆਉਂਦਾ ਹੀ ਹੈ। ਪਹਿਲਾਂ ਦੀ ਤਰ੍ਹਾਂ ਇੱਥੇ ਕਿੰਨਾ ਲਿਖਾਂਗੇ, 4,92,000। इधर भी लिखांगे जी, थल नीचे 2 लाइना लगावांगे, 4,92,000। जिन्हों समझ नहीं आया, मेरा लैक्चर खत्म होने तो बाद एक बार तुसीं इहनूं दोबारा सुन लेना। फिर भी ना आया तो आपां कल दोबारा कर लांगे, आपां नूं कोई जल्दी नहीं। टू प्रॉफिट ट्रांसफर टू की लिखांगे जी, एज कैपिटल अकाउंट ते बीज कैपिटल अकाउंट ते बीज कैपिटल अकाउंट, एज कैपिटल अकाउंट ते बीज कैपिटल। हुण किवें कैलकुलेशन करांगे जी, साढ़े कोल आ किन्ना है जी, सारिਆਂ ਦਾ टोटल करांगे 1 ਲੱਖ। ਇਹ बन गया जी 150, 120 ਤੇ 30 150 ਤੇ 42 192। ਤੇ ਅਸੀਂ ਕੀ ਕਰਾਂਗੇ ਜੀ, 4,92,000 ਦੇ ਵਿੱਚੋਂ ਕਿੰਨਾ ਮਾਈਨਸ ਕਰ ਦਾਂਗੇ, 1,92,000। ਤਾਂ ਬਾਕੀ ਸਾਡੇ ਕੋਲ ਕਿੰਨਾ ਰਹਿ ਗਿਆ ਜੀ, 3 ਲੱਖ। ਤਾਂ ਸਟੂਡੈਂਟਸ ਹੁਣ ਇੱਥੇ ਸਾਡੇ ਕੋਲ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦਿੱਤੀ ਹੋਈ ਹੈ, ਕਿੰਨੀ ਦਿੱਤੀ ਹੋਈ ਹੈ, 2:1। ਆ ਦੇਖੋ, ਅਸੀਂ ਇਹਨੂੰ 2:1 'ਚ ਵੰਡਣ ਲਈ ਕੀ ਕਰਾਂਗੇ, ਅਸੀਂ ਕੀ ਲਿਖਾਂਗੇ ਜੀ, 3 ਲੱਖ ਇੰਟੂ 2/3। ਇਹਨੂੰ ਕੱਟ ਕਰਾਂਗੇ ਤਾਂ A ਦਾ ਕਿੰਨਾ ਆ ਜਾਏਗਾ, 2 ਲੱਖ ਰੁਪਇਆ। B ਦਾ ਕਿੰਨਾ ਆ ਜਾਏਗਾ, 1 ਲੱਖ ਰੁਪਇਆ। क्योंकि असी इसनूं किस रेशो में वंड दिता है जी, 2:1। जेकर कोई रेशो ना दिती होवे, मान लो सानू रेशो ना दिती हुंदी तो असी फिर 3 ਲੱਖ नूं बराबर बराबर वंड देना सी, 1,50,000 ते 1,50,000 दी रेशो विच। हुण स्टूडेंट सोचण विचारन वाली गल ये है कि इस क्वेश्चन विच खासियत की सी, नवीं चीज़ की सी। एक तो कल वाला टॉपिक रिवाइज किया कि जेकर पार्टनर की सैलरी आफ्टर दिती होए तो असी उसनूं बिफोर करना है तो ऐड बैक कर देना है, तो सैलरी नूं दोबारा इधर लिख देना होंदा है। दूजी नवीं गल ये आई कि जिहड़ा B नूं 10% कमीशन देना सी, वो आफ्टर डिडक्टिंग इंटरस्ट ऑन कैपिटल एंड सैलरी देना सी। इस वास्ते असी 4,92,000 विचों पहला सैलरी ते इंटरस्ट ऑन कैपिटल नूं माइनस कर लिया। जिन्नी अमाउंट बच गई असी उहदे विचों आफ्टर दा फार्मूला लगा के 10/110 नाल ਅਸੀਂ ਇਸ ਨੂੰ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਮੈਂ ਉਮੀਦ ਕਰਦਾ ਕਿ ਇਹ ਸਾਰਾ ਟੌਪਿਕ ਆਪ ਜੀ ਨੂੰ ਚੰਗੀ ਤਰ੍ਹਾਂ ਨਾਲ ਸਮਝ ਆ ਗਿਆ ਹੋਣਾ ਹੈ। ਤੁਸੀਂ ਜਲਦੀ ਜਿਹੜੇ ਵੀ ਤੁਹਾਡੇ ਟੀਚਰਸ ਨੇ ਜਿਹੜੀਆਂ ਵੀ ਤੁਹਾਨੂੰ ਬੁੱਕਸ ਲਗਵਾਈਆਂ ਨੇ, ਉਹ ਵਾਲੀਆਂ ਬੁੱਕਸ ਜਲਦੀ ਲੈ ਲਓ। ਹਰੇਕ ਬੁੱਕਸ ਦੇ ਵਿੱਚ ਇਹਦੇ ਨਾਲ ਦੇ ਤੁਹਾਨੂੰ ਕੁਐਸਚਨ ਮਿਲਣਗੇ ਔਰ ਕਰਨੇ ਸ਼ੁਰੂ ਕਰ ਦਿਓ। ਔਰ ਤੁਹਾਨੂੰ ਅਸਾਈਨਮੈਂਟਸ ਰੈਗੂਲਰ ਆ ਰਹੀਆਂ ਨੇ और उस असाइनमेंट में भी क्वेश्चन दिते होंगे ने, उन्होंने चंगी तरह नाल करया करो। हर रोज़ 1-2 घंटे पढ़ो ताकि तुहाडे स्कूल बंद पे हैं, ताकि तुहानूं ये टॉपिक वधिया तरीके नाल आ सके। नालों नाल इस दे नोट्स बना लिया करो। तुहानूं बड़े इंपोर्टेंट क्वेश्चन कराए जाते हैं। अजिहे सेम क्वेश्चन कई बारी एग्जाम दे विच आ जाते हैं, तो दैट्स वाई इसनूं ध्यान नाल करया करो। जिन्हां ने अजे तक मेरा चैनल सबसक्राइब नहीं किया, वो चैनल नूं जल्दी हुणे सबसक्राइब कर लो। तुसी लाइक जरूर करया करो, जिन्होंने लाइक नहीं किया वो लाइक भी जरूर करो। सबसक्राइब करने नाल तुहानूं न्यू अपडेट्स मिलते रहते हैं। मैं उम्मीद करदा कि अज वाला टॉपिक तुहानूं बड़े समझ आ गया होना है। जिन्हां क्लास लगवाई ध्यान रखो, वो रैगूलर क्लास जरूर लगवाया करो। तुहाडे जिन्ने भी फ्रेंड्स ने उन्होंने क्लास लगवाउण लई तुसी जरूर मोटिवेट करो ताकि तुहाडा सारिਆਂ ਦਾ भला हो सके। सारिਆਂ ਦਾ धन्नवाद। जय हिंद।